कुछ इस तरह ਦੀਆਂ ਗੱਲਾਂ ਜਾਂ ਅਫਵਾਹਾਂ ਸਾਡੇ ਕੰਨਾਂ 'ਚ ਪੈ ਰਹੀਆਂ ਨੇ ਕਿ ਜੀ ਕੀ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਮੈਂ ਇੱਕ ਸਾਰਾ ਪ੍ਰੈਸ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹ ਜਿਹੜੀ ਚੋਣ ਸੀ, ਇਹ ਚੋਣ ਜੋ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ, ਜਥੇਦਾਰ ਅਕਾਲ ਤਖਤ ਦੀ ਅਪੀਲ 'ਤੇ ਸਾਰੇ ਖਿਆਲਾਂ ਦੇ ਲੋਕ ਅਸੀਂ ਇਕੱਠੇ ਹੋ ਕੇ ਬੈਠੇ ਸੀ, ਜਿਨ੍ਹਾਂ 'ਚ ਕਿ ਖਿਆਲਾਂ ਦੇ ਮਤਭੇਦ ਹੋਣ ਦੇ ਬਾਵਜੂਦ ਇੱਕ ਐਡਾ ਵੱਡਾ ਮਸਲਾ ਸੀ ਕੌਮ ਦਾ ਜੀ, ਅਤੇ ਅਸੀਂ ਇਕਜੁੱਟ ਹੋ ਕੇ ਬੈਠੇ। ਅਤੇ ਸਾਡੀ ਕੋਸ਼ਿਸ਼ ਸੀ ਅਕਾਲੀ ਦਲ ਦੀ ਕਿ ਅਸੀਂ ਕਿਸੇ ਵੀ ਕੀਮਤ 'ਤੇ ਨਾ ਤਾਂ ਜਥੇਦਾਰ ਅਕਾਲ ਤਖਤ ਦੇ ਜੋ ਹੁਕਮ ਹੈ ਉਸ ਨੂੰ ਹੇਠਾਂ ਹੋਣ ਦਈਏ, ਅਤੇ ਨਾ ਹੀ ਅਸੀਂ ਏਕਤਾ ਟੁੱਟਣ ਦੀ ਸਾਡਾ ਪੂਰਾ ਯਤਨ ਸੀ। ਉਹ ਯਤਨ ਨੂੰ ਨਿਭਾਉਣ ਵਾਸਤੇ ਜੋ ਜਥੇਬੰਦੀਆਂ ਨੇ ਅਪੀਲ ਕੀਤੀ, ਨਾਂ ਦਿੱਤਾ, ਅਸੀਂ ਉਸ ਨਾਂ 'ਤੇ ਉਹਨਾਂ ਦੀ ਅਪੀਲ 'ਤੇ ਸਹਿਮਤ ਹੋ ਗਏ। ਸਹਿਮਤ ਹੋਣ ਦੇ ਦੋ ਕਾਰਨ, ਇੱਕ ਜਥੇਦਾਰ ਅਕਾਲ ਤਖਤ ਦੀ ਅਪੀਲ, ਇੱਕ ਫਿਰ ਉਹ ਜਥੇਬੰਦੀਆਂ ਵੱਲੋਂ ਸਾਰੀਆਂ ਵੱਲੋਂ ਅਪੀਲ ਕਿ ਇਸ ਬੀਬੀ ਨੂੰ ਖੜ੍ਹਾ ਕੀਤਾ ਜਾਵੇ। ਤੀਸਰਾ ਪੁਆਇੰਟ ਇਹ ਹੈ ਕਿ ਕਈ ਵਾਰੀ ਜੇ ਤਾਂ ਤੱਕੜੀ ਨਿਸ਼ਾਨ ਸੀ, ਤੱਕੜੀ ਨਿਸ਼ਾਨ ਤਾਂ ਦਿੱਤਾ ਗਿਆ, ਅਸੀਂ ਨਹੀਂ ਕਿਹਾ ਸੀ ਤੱਕੜੀ ਨਿਸ਼ਾਨ 'ਤੇ ਲੜਿਆ ਜਾਵੇ, ਅਸੀਂ ਕਿਹਾ ਜੋ ਜਥੇਬੰਦੀਆਂ, ਜੋ ਅਕਾਲ ਤਖਤ ਦਾ ਆਦੇਸ਼ ਹੈ ਉਹ ਤਾਂ ਸੀ ਕਿ ਰਾਜੋਆਣੇ ਜੀ ਨੂੰ ਜਦੋਂ ਉਹ ਬੀਬਾ ਜੀ ਮਿਲੇ ਤਾਂ ਰਾਜੋਆਣੇ ਨੇ ਕਿਹਾ ਕਿ ਨਹੀਂ, ਆਜ਼ਾਦ ਲੜਾਂਗੇ ਤਾਂ ਮਤਲਬ ਕੋਈ ਨਹੀਂ, ਪੰਥਕ ਇਸ਼ੂ ਆ, ਪੰਥਕ ਮੁੱਦਾ ਅਤੇ ਪੰਥਕ ਨਿਸ਼ਾਨ 'ਤੇ ਤੱਕੜੀ 'ਤੇ ਲੜਨਾ ਚਾਹੀਦਾ। ਇਹ ਉਹਨਾਂ ਦੀ ਅਪੀਲ ਲਿਖਤੀ ਵੀ ਆਈ ਹੈ ਔਰ ਤੁਸੀਂ ਸੁਣਿਓ, ਉਸ ਕਰਕੇ ਤੱਕੜੀ ਦਾ ਨਿਸ਼ਾਨ ਦਿੱਤਾ ਗਿਆ। ਸੋ ਇਹ ਦੋ ਤਿੰਨ ਪੁਆਇੰਟਾਂ 'ਤੇ ਆ ਕੇ ਮੈਂ ਤੁਹਾਨੂੰ ਕਲੈਰਿਟੀ ਕਰਨਾ ਚਾਹੁੰਦਾ, ਕਿਉਂਕਿ ਕੁਛ ਗੱਲਾਂ ਅਫਵਾਹਾਂ ਸਾਡੇ ਕੰਨਾਂ 'ਚ ਪਈਆਂ ਜੀ ਹੁਣ ਤਾਂ ਜੀ ਪਾਰਟੀ ਦਾ ਹੋ ਗਿਆ, ਹੋ ਗਿਆ। ਨਹੀਂ, ਪਾਰਟੀਆਂ ਹੇਠਾਂ ਉੱਤੇ ਹੁੰਦੇ ਰਹਿੰਦੇ ਨੇ। ਦੇਖੋ ਤੁਸੀਂ ਸਾਰੇ ਯੰਗ ਜਨਰੇਸ਼ਨ ਹੋ, ਜਿਹੜੇ ਸਾਡੇ ਸਾਥੀ ਸੀ ਤਕਰੀਬਨ ਉਹ ਤਾਂ ਮੈਨੂੰ ਘੱਟ ਹੀ ਕਦੇ ਦਿੰਦਾ, ਇਹ ਤਾਂ ਸਾਰੇ ਨਵੇਂ ਹੋ। ਬਹੁਤ ਲੰਮੀਆਂ ਲੰਮੀਆਂ ਲੜਾਈਆਂ ਪੰਥ ਨੇ ਲੜੀਆਂ, ਕਦੇ ਐਮਰਜੈਂਸੀ ਵਰਗੇ ਮੋਰਚੇ ਜਿਨ੍ਹਾਂ ਸਾਨੂੰ ਕਹਿੰਦੇ ਸੀ ਕਦੇ ਜਿੱਤੇ ਨਹੀਂ ਜਾ ਸਕਦੇ, ਕਿਤੇ ਜੇਲ੍ਹ ਤੋਂ ਬਾਹਰ ਹੀ ਨਹੀਂ ਆ ਸਕਦੇ, ਇਹ ਸਾਨੂੰ ਗੱਲਾਂ ਕਹੀਆਂ ਸੀ। ਔਰ ਮੈਂ MLA ਸੀ ਉਸ ਵੇਲੇ ਵੀ, ਪਾਰਟੀ ਦੇ ਪ੍ਰਧਾਨ ਪਹਿਲਾਂ ਤੁੜ ਸਾਹਿਬ ਸੀ, ਫਿਰ ਲੌਂਗੋਵਾਲ ਸੀ, ਅਤੇ ਸਾਨੂੰ ਕਿਸੇ ਨੂੰ ਆਸ ਨਹੀਂ ਸੀ ਕਿ ਐਮਰਜੈਂਸੀ ਟੁੱਟ ਜੂ ਅਤੇ ਰਾਜ ਬਦਲ ਜੂ। ਹਾਲਾਤ ਬਦਲੇ, ਫਿਰ ਉਸ ਤੋਂ ਬਾਅਦ ਫਿਰ ਸਮਾਂ ਆਇਆ 10-15 ਸਾਲ, ਬੜਾ ਖਤਰਨਾਕ ਸਮਾਂ ਆਇਆ, ਜਿਸ ਸਮੇਂ ਦੇ ਵਿੱਚ ਕਦੇ ਕੋਈ ਪਾਰਟੀ ਸਾਰਾ ਜਿੱਤ ਕੇ ਲੈ ਗਈ, ਕਦੇ ਕੋਈ ਲੈ ਗਈ। ਅਸੀਂ 15 ਸਾਲ ਗੋਲੀਆਂ ਵਰਦੀਆਂ ਦੇ ਵਿੱਚ ਜਿਹੜਾ ਹੈ ਅਕਾਲੀ ਦਲ ਰਿਹਾ, ਲੇਕਿਨ ਉਸ ਵੇਲੇ ਕਦੇ ਬਾਈਕਾਟ ਕਰਨੇ ਪਏ, ਕਦੇ ਗਵਰਨਰ ਰੂਲ ਕਰਨੇ ਪਏ। ਉਸ ਤੋਂ ਬਾਅਦ ਆ ਕੇ ਫਿਰ ਪਾਰਟੀ ਨੂੰ ਲੋਕਾਂ ਨੇ ਉਸ ਤਰ੍ਹਾਂ ਹੀ ਸ਼ਕਤੀ ਦੇ ਕੇ 3 ਵਾਰੀ ਬਾਲ ਸਾਹਿਬ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ। ਇਸ ਕਰਕੇ ਪਾਰਟੀਆਂ ਹੇਠਾਂ ਉੱਤੇ ਹੁੰਦਾ ਰਹਿੰਦਾ। ਕਾਂਗਰਸ ਦਾ ਹਾਲ ਦੇਖ ਲਓ, ਆਪ ਪਾਰਟੀ ਜਿਹੜੀ ਕੱਲ੍ਹ 92 ਸੀਟਾਂ ਲੈ ਕੇ ਆਈ ਸੀ, ਅੱਜ ਆਖੀ ਕੁਛ ਜਾਣ 92 ਸੀਟਾਂ ਲਿਆਉਣੀਆਂ ਔਰ ਸੰਗਰੂਰ ਦੀ ਸੀਟ 2 ਵਾਰੀ ਪਾਰਲੀਮੈਂਟ ਜਿੱਤ ਲੈਣੀ, ਤੀਜੀ ਵਾਰ 9 ਦੇ 9 MLA ਜਿੱਤ ਲੈਣੇ, ਅਤੇ ਫਿਰ ਹਰ ਕੀ ਤੋਂ ਜਾਣਾ, ਜਿਹਦਾ ਪਿਛਲੀ ਚੋਣ ਸਭ ਤੋਂ ਘੱਟ ਵੋਟਾਂ ਸੀਗੀਆਂ ਉਸ ਤੋਂ ਬਾਅਦ ਜਾਣਾ। ਇਸ ਕਰਕੇ ਜੇ ਜਿੱਤਾਂ ਹਾਰਾਂ ਇੱਕ ਜਿੱਤ ਹਾਰ ਨੂੰ ਪਾਰਟੀ ਦੇ ਸਿਧਾਂਤਾਂ ਨਾਲ ਮਿਲਾਇਆ ਜਾਵੇ, ਨਹੀਂ। ਅਕਾਲੀ ਦਲ ਇੱਕ ਬੜੀ ਪ੍ਰਿੰਸੀਪਲ ਵਾਲੀ ਪਾਰਟੀ ਹੈ। ਜਿਸ ਵੇਲੇ ਪਾਰਟੀ ਦੇ ਸਾਡੇ ਬਜ਼ੁਰਗਾਂ ਨੇ ਆਪਣੇ ਸੀਸ ਦਿੱਤੇ, ਅੰਗਰੇਜ਼ਾਂ ਨਾਲ ਲੜੇ, ਜਦੋਂ ਅੰਗਰੇਜ਼ ਕਿਤੇ ਝੁਕਦਾ ਨਹੀਂ ਸੀ ਉਹ ਝੁਕਾਇਆ, ਤਾਂ ਪ੍ਰਿੰਸੀਪਲ 'ਤੇ ਝੁਕਾਇਆ, ਨਾ ਕਿ ਰਾਜ ਬਦਲੇ ਝੁਕਾਇਆ। ਜਿਹੜੇ ਵੇਲੇ ਅਸੀਂ ਲੋਕ ਵੀ ਆਏ ਹਾਂ, ਅਸੀਂ ਵੀ ਜਿਸ ਵੇਲੇ ਪਾਰਟੀ 'ਚ ਆਇਆ, ਮੈਂ 70 ਦੀ ਜੇਲ੍ਹ, ਦਿੱਲੀ 71 ਦੀ ਜੇਲ੍ਹ ਪਹਿਲੀ ਵਾਰ ਕੱਟੀ, ਛੋਟੀ ਉਮਰ ਸੀ 23 ਸਾਲ, ਸਾਨੂੰ ਕੋਈ ਪਤਾ ਨਹੀਂ ਸੀ ਕਦੇ ਰਾਜ ਆ ਜਾਏਗਾ। ਹਾਲਾਂਕਿ ਮਾੜਾ ਮੋਟਾ ਅਸੀਂ ਪੜ੍ਹੇ ਵੀ ਸੀ, 4 ਜਮਾਤਾਂ, ਕਿਸਾਨੀ ਕਰਦੇ ਸੀ, ਕਦੇ ਗੱਲਾਂ ਨਹੀਂ ਸੀ। ਇੱਕੋ ਜਜ਼ਬਾ ਸੀ ਕਿ ਨਹੀਂ, ਪੰਥਕ ਸੋਚ 'ਤੇ ਪਹਿਰਾ ਦੇਣਾ, ਇਹ ਪੰਜਾਬ ਦੇ ਹੱਕਾਂ ਵਾਸਤੇ ਹੈ, ਪੰਜਾਬੀਆਂ ਦੇ ਹੱਕਾਂ ਵਾਸਤੇ ਹੈ। ਇਸ ਕਰਕੇ ਜੋ ਅਕਾਲੀ ਦਲ ਪਾਰਟੀ ਆਪਦੇ ਅਸੂਲਾਂ 'ਤੇ ਲੜਦੀ ਹੈ, ਅਸੂਲਾਂ 'ਤੇ ਲੜਦੀ ਰਹੇਗੀ। ਕਈ ਹੁਣ ਸਾਡੇ 'ਤੇ ਇੱਕ ਸਵਾਲ ਇਹ ਵੀ ਹੁੰਦਾ ਕਿ ਜੀ ਬੰਦੀ ਸਿੱਖਾਂ ਦੀ ਰਿਹਾਈ 'ਤੇ ਤਾਂ ਜੀ ਲਾਈਨ ਨਾ, ਬੰਦੀ ਸਿੱਖਾਂ ਦੀ ਰਿਹਾਈ ਗੁਰੂ ਹਰਗੋਬਿੰਦ ਜੀ ਦਾ ਦੇਖ ਲਓ ਕਿ ਉਹ ਗਵਾਲੀਅਰ ਦੇ ਕਿਲੇ 'ਚੋਂ 52 ਰਾਜੇ ਲੈ ਕੇ ਨਿਕਲੇ, ਇਕੱਲੇ ਨਹੀਂ ਨਿਕਲੇ ਕਿ ਨਹੀਂ, ਇਹਨੂੰ ਸਭ ਨੂੰ ਛੱਡੋ। ਗੁਰੂ ਤੇਗ ਬਹਾਦਰ ਦਾ ਸੀਸ ਹਿਊਮਨ ਰਾਈਟਸ ਕਰਕੇ ਹੋਇਆ। ਇਸ ਕਰਕੇ ਜੋ ਸਾਡੇ ਸਿਧਾਂਤ ਹੈ ਪਾਰਟੀ ਦੇ, ਗੁਰੂਆਂ ਤੋਂ ਲੈ ਕੇ ਚੱਲਦੇ ਆ, ਅਸੀਂ ਮਾੜੇ ਹੋ ਸਕਦੇ ਆ, ਚੰਗੇ ਹੋ ਸਕਦੇ ਆ, ਸਾਡੇ 'ਚ ਕਮਜ਼ੋਰੀਆਂ ਹੋ ਸਕਦੀਆਂ, ਉਹਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ, ਲੇਕਿਨ ਸਿਧਾਂਤਾਂ 'ਤੇ ਸਾਨੂੰ ਚੱਲਣਾ, ਉਹ ਸਿਧਾਂਤਾਂ 'ਤੇ ਅਸੀਂ ਚੱਲਦੇ ਹੋਏ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ, ਅਤੇ ਗੁਰੂ ਕਿਰਪਾ ਕਰੂ ਅਖੀਰ ਫਤਿਹ ਅਸੂਲਾਂ ਦੀ ਹੁੰਦੀ, ਅਸੀਂ ਜਿੱਤਾਂਗੇ, ਸਾਰਾ ਕੁਛ ਕਰਾਂਗੇ। ਅੱਜ ਇਹ ਮੇਰੀ ਤੁਹਾਨੂੰ ਅਪੀਲ ਹੈ ਕਿ ਉਹ ਜੋ ਅਫਵਾਹਾਂ ਚੱਲਦੀਆਂ ਹੋ ਰਿਹਾ ਉਹਨੂੰ ਸਭ ਖਤਮ, ਅਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ, ਅਤੇ ਨਾਲ ਪਾਰਟੀ ਦੇ ਸਾਰੇ ਕੇਡਰ ਨੂੰ ਅਪੀਲ ਹੈ ਕਿ ਆਓ ਆਪਾਂ ਇਕਜੁੱਟ ਹੋ ਕੇ ਐਡੇ ਐਡੇ ਔਖੇ ਸਮੇਂ 'ਚੋਂ ਨਿਕਲਿਆ, ਤਗੜੇ ਹੋ ਕੇ ਪਾਰਟੀ ਨੂੰ ਫਿਰ ਸ਼ਕਤੀ 'ਚ ਕਿਵੇਂ ਲਿਆਉਣਾ, ਇਹ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ। ਜਿਹੜਾ ਅਸਤੀਫੇ ਦੀ ਗੱਲ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ, ਔਰ ਤੁਹਾਨੂੰ ਇੱਕ ਪ੍ਰਧਾਨ ਲਗਾਉਣ ਦੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ, ਉਸ ਦੇ ਉੱਤੇ ਤੁਹਾਡਾ ਕੀ ਕਹਿਣਾ? ਦੇਖੋ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਉਹ ਕੋਈ
ਕਹਿ ਦੇਣਾ, ਇੱਕ ਇਸ ਤੋਂ ਹੋਰ ਕਹਿ ਦੇਣਾ, ਤੁਸੀਂ ਮੇਰੇ ਤੇ ਸਵਾਲ ਕਰ ਦੇਣਾ, ਮੈਥੋਂ ਕੋਈ ਉਹਦਾ ਜਵਾਬ ਐਸਾ ਨਿਕਲ ਆਉਣਾ ਜਿਵੇਂ ਪੁਲਿਸ ਵਾਲੇ ਸਵਾਲ ਕਰਦੇ ਨੇ ਬਿਜ਼ਨਸ, ਉਹਦਾ ਜਵਾਬ ਹੀ ਹਾਂ ਨਾ 'ਚ ਜਾਵੇ ਤੇ ਉਹਦਾ ਉਲਟਾ ਅਰਥ ਨਿਕਲਦਾ। ਕਈ ਵਾਰੀ ਦੇਖੋ ਪ੍ਰੈਸ ਤੁਸੀਂ ਬੜੀ ਵੱਡੀ ਸ਼ਕਤੀ ਹੋ, ਕੁਐਸਚਨ ਹੀ ਐਸਾ ਕਰ ਦਿੰਦੇ ਹੋ ਕਿ ਕੋਈ ਵੱਡੇ ਤੋਂ ਵੱਡਾ ਬੰਦਾ ਉਲਝ ਜਾਂਦਾ ਹੈ। ਕੋਈ ਇਸ ਤਰ੍ਹਾਂ ਦਾ ਕਰਤਾ ਹੋਣਾ ਕਿਸੇ ਨੇ, ਕੋਈ ਮੇਰੇ ਖਿਆਲ ਨਾ ਅਸਤੀਫੇ ਵਾਲੀ ਗੱਲ ਕਿਸੇ ਨੇ ਆਖੀ ਹੈ। ਜਿੰਨੀ ਇਸ ਪਾਰਟੀ 'ਚ ਏਕਤਾ ਕਿਸੇ 'ਚ ਨਹੀਂ। ਨੰਬਰ 2, ਮੇਰੀ ਪ੍ਰਧਾਨਗੀ ਦਾ ਸਵਾਲ, ਪ੍ਰਧਾਨਗੀ ਕਿਤੇ ਐਂ ਬਣ ਜਾਂਦੀ ਹੈ ਵੀ ਆਪਾਂ ਕਿਹਾ 2 ਬੰਦਿਆਂ ਨੇ ਤੇ ਪ੍ਰਧਾਨਗੀ ਦੇ ਵਾਸਤੇ ਕੋਈ ਸਿਸਟਮ ਹੈ, ਚੋਣਾਂ ਨੇ, ਭਰਤੀ ਹੈ, ਕੇਡਰ ਹੈ, ਵਰਕਿੰਗ ਕਮੇਟੀ ਹੈ, ਹਾਊਸ ਹੈ 465 ਬੰਦਿਆਂ ਦਾ, ਫਿਰ ਜਾ ਕੇ ਹੁੰਦੀ ਹੈ। ਇਸ ਕਰਕੇ ਇਹ ਤੀਜੀ ਗੱਲ, ਕਦੇ ਮੈਂ ਜ਼ਿੰਦਗੀ 'ਚ ਪਾਰਟੀ 'ਚ ਕਦੇ ਸੋਚਿਆ ਹੀ ਨਹੀਂ ਕਿ ਮੈਂ ਪਾਰਟੀ ਦਾ ਡਿਸਪਲਿਨ ਭੰਗ ਕਰ ਸਕਦਾ। ਮੈਂ ਸੋਚ ਸਕਦਾ ਕਿ ਮੈਂ ਆਹ ਗਲਤੀ ਕਰਾਂਗਾ, ਕਦੇ ਮੈਂ ਸਾਰੇ ਕੇਡਰ ਨੂੰ ਅਪੀਲ ਕਰਦਾ, ਪ੍ਰੈਸ ਨੂੰ ਅਪੀਲ ਕਰਦਾ, ਗੁਰੂ ਕਿਰਪਾ ਕਰੇ, ਮੇਰੇ ਸਿਰ 'ਤੇ ਹੱਥ ਰੱਖੇ। ਮੈਂ ਅੱਜ ਤੱਕ ਗੁਰੂ ਨੇ ਅਸੂਲਾਂ ਤੋਂ ਡਿੱਗਣ ਤੱਕ ਕਦੇ ਵੀ ਮੈਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਜੇ ਮੈਨੂੰ ਮਾਂਜਿਆ ਝਾੜੂ ਲਾਉਣ ਨੂੰ ਕਹਿਣ ਉਹ ਕਰ ਸਕਦਾ, ਲੇਕਿਨ ਪਾਰਟੀ ਦੀ ਗੱਲ ਕਦੇ ਹੇਠਾਂ ਆਉਣ ਵਾਸਤੇ ਮੈਂ ਕਦੇ ਜ਼ਿੰਦਗੀ ਸੋਚ ਨਹੀਂ ਸਕਦਾ। ਇਸ ਕਰਕੇ ਮੈਂ ਸਾਰਿਆਂ ਨੂੰ, ਮੇਰੇ ਦੋਸਤਾਂ ਨੂੰ, ਮੇਰੇ ਸੀਨੀਅਰ ਸਾਥੀਆਂ ਨੂੰ, ਸਭ ਨੂੰ ਅਪੀਲ ਕਰਦਾ ਕਿ ਨਹੀਂ, ਆਹ ਵਕਤ ਹੈ ਜਿਸ ਵਕਤ ਅਸੀਂ ਤਕੜੇ ਹੋ ਕੇ ਏਕਤਾ ਨਾਲ ਅਸੀਂ ਇਹ ਸਾਰੀ ਫਤਿਹ ਕਰਨੀ ਹੈ। ਔਰ ਮੈਨੂੰ ਯਕੀਨ ਹੈ ਕਿ ਅਸੀਂ ਐਡੇ ਕ੍ਰਾਈਸਿਸ 'ਚੋਂ ਨਿਕਲਿਆ। ਗੋਲੀ ਚੱਲਦੀ ਤਾਂ ਸਾਡੇ ਨਾਲ ਕੋਈ ਬੰਦਾ ਚੜ੍ਹਦਾ ਨਹੀਂ ਸੀ ਹੁੰਦਾ ਗੱਡੀ 'ਚ। 10-10 ਬੰਦਿਆਂ ਨੂੰ ਮੈਂ ਤੇ ਬਾਲ ਸਾਹਿਬ ਜਾ ਕੇ 20-20 ਬੰਦਿਆਂ ਨੂੰ ਉਹ ਬਾਬਾ ਡੇਰਾ ਬਾਬਾ ਨਾਨਕ ਜਾ ਕੇ ਰਾਤ ਦੇ 3-3 ਵਜੇ ਆਉਂਦੇ ਰਿਹਾ। ਕੋਈ ਸੋਚਦਾ ਹੀ ਨਹੀਂ ਸੀ। ਕਹਿੰਦੇ ਸੀ ਬਾਲ ਸਾਹਿਬ ਤੁਹਾਨੂੰ ਟਰੈਕਟਰ 'ਤੇ ਚੜ੍ਹਾਤਾ, ਅਕਾਲੀ ਦਲ ਤਾਂ ਖਤਮ ਕਰਤਾ। ਤੇ ਜੋ ਉਸ ਵੇਲੇ ਆ ਕੇ 3 ਵਾਰ ਰਾਜ ਕਰ ਸਕਦੇ, ਹੁਣ ਤਾਂ ਗੱਲ ਹੀ ਕੁਛ ਨਹੀਂ, ਹੁਣ ਤਾਂ ਵੋਟਾਂ ਹੀ ਨੇ। ਇਸ ਕਰਕੇ ਕੋਈ ਐਸੀ ਗੱਲ ਨਹੀਂ, ਗੁਰੂ ਕਿਰਪਾ ਕਰੇਗਾ, ਸਭ ਠੀਕ ਹੋਏਗਾ। ਬਾਕੀ ਜਿਹੜੇ ਕੋਈ ਵਿਚਾਰ ਨਾ ਬਲਵਿੰਦਰ ਸਿੰਘ ਕੋ ਕਹਿ ਸਕਦਾ, ਨਾ ਕੋਈ ਵਿਚਾਰ ਦੀ ਤਾਂ ਗੱਲ ਆਈ ਹੈ। ਪਾਰਟੀ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਵਿਚਾਰ ਹੁੰਦੇ ਨੇ। ਕਦੇ ਇਹੋ ਜਿਹੇ ਸਮਿਆਂ 'ਚ ਆ ਕੇ ਪਾਰਟੀ ਦੀ ਲੀਡਰਸ਼ਿਪ ਨਹੀਂ ਬਦਲੀ ਜਾਂਦੀ, ਪਾਰਟੀ ਨੂੰ ਤਕੜਾ ਕਿਵੇਂ ਕੀਤਾ ਜਾਂਦਾ ਸੋਚਿਆ ਜਾਂਦਾ। ਇਕਬਾਲ ਸਿੰਘ ਝੁੰਡਾ ਜੀ ਦੀ ਅਗਵਾਈ ਦੇ ਵਿੱਚ 13 ਮੈਂਬਰੀ ਤੁਹਾਡੀ ਕਮੇਟੀ ਬਣੀ ਸੀ, ਸਮੀਖਿਆ ਕਮੇਟੀ ਜਿਹੜੀ, ਉਹਨਾਂ ਨੇ ਰਿਪੋਰਟ ਵੀ ਸਬਮਿਟ ਤੁਹਾਨੂੰ ਕਰਤੀ ਹੋਈ ਆ। ਔਰ ਉਸ ਤੋਂ ਪਹਿਲਾਂ ਵੀ ਤੁਸੀਂ ਕਿਹਾ ਸੀ ਵੀ ਇਹ ਆਪਾਂ ਰਿਪੋਰਟ ਨੂੰ ਜਿਹੜਾ ਜਨਤਾ ਕਰਾਂਗੇ, ਉਹਦੇ ਬਾਰੇ ਫੈਸਲਾ ਲਵਾਂਗੇ। ਪਰ ਦੂਸਰਾ ਨਾਲ ਹੀ ਤੁਸੀਂ ਇੱਕ ਵਾਰੀ ਉਹ ਕਿਹਾ ਸੀਗਾ ਵੀ ਸੰਗਰੂਰ ਇਲੈਕਸ਼ਨ ਤੋਂ ਬਾਅਦ ਜਿਹੜਾ ਆਪਾਂ ਇਹਦੇ ਬਾਰੇ ਕਰਾਂਗੇ। ਰਿਪੋਰਟ ਸਬਮਿਟ ਹੋਈ ਨੂੰ ਵੀ ਕਾਫੀ ਸਮਾਂ ਹੋ ਗਿਆ, ਉਹਦੇ ਬਾਰੇ ਤੁਹਾਡਾ ਕੀ? ਉਹਦੇ 'ਚ ਇਹੋ ਹੀ ਆ ਜੋ ਤੁਸੀਂ ਕੁਐਸਚਨ ਕੀਤਾ, ਆਪੇ ਆਨਸਰ ਕੀਤਾ ਕਿ ਅਸੀਂ ਪਹਿਲਾਂ ਸੰਗਰੂਰ ਬਾਈ ਇਲੈਕਸ਼ਨ ਸੀ, ਹੁਣ ਇਲੈਕਸ਼ਨ ਹੋ ਗਈ। ਜਦੋਂ ਅਸੀਂ ਕੋਰ ਕਮੇਟੀ ਬੈਠਾਂਗੇ, ਹਮੇਸ਼ਾ ਪਾਰਟੀ ਦੇ ਜਿਹੜੇ ਮਸਲੇ ਸੀਕ੍ਰੇਟ ਹੁੰਦੇ ਨੇ, ਕਮੇਟੀਆਂ ਬਣਦੀਆਂ ਨੇ, ਜਦੋਂ ਪਾਰਟੀ ਬੈਠਦੀ ਹੈ ਉਹਦੇ 'ਚ ਕੀਤਾ ਜਾਂਦੇ। ਪਹਿਲਾਂ ਹੀ ਪ੍ਰੈਸ ਨੂੰ ਦੇ ਦੀ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ ਔਰ ਡਿਸਪਲਿਨ ਵੀ ਨਹੀਂ ਹੁੰਦਾ। ਇਸ ਕਰਕੇ ਅਸੀਂ ਜਿਸ ਦਿਨ ਪਾਰਟੀ ਬੈਠਾਂਗੇ ਉਸ ਦਿਨ ਉਸ ਰਿਪੋਰਟ ਖੋਲਾਂਗੇ, ਉਹਦੇ ਮੁਤਾਬਕ ਅਸੀਂ ਜੋ ਵੀ ਰਿਪੋਰਟ ਸੁਝਾਅ ਅਸੀਂ ਉਹਨੂੰ ਲਾਗੂ ਕਰਾਂਗੇ। ਪਿਛਲੇ ਸਮੇਂ 'ਚ ਗਲਤੀਆਂ ਕੀ ਹੋਈਆਂ ਕਿ ਤੁਹਾਨੂੰ ਦੱਸੀ ਹੋਣਗੀਆਂ, ਕੀ ਮੰਨਦੇ ਹੋ ਮੁੱਖ ਜੇ ਆਪਾਂ 2-4 ਗਲਤੀਆਂ ਦੱਸੀਆਂ ਹੋਣ ਵੀ ਪਾਰਟੀ ਕੋਲੋਂ ਇਹ ਰਹੀਆਂ, ਤੇ ਉਹ ਕਿਹੜੀਆਂ ਸੀਗੀਆਂ? ਦੇਖੋ, ਮੈਂ ਤੋਂ ਜਿੱਥੋਂ ਤੱਕ ਕਹੋਗੇ ਉਹ ਤਾਂ ਕੁਛ ਵੀ ਅਸੀਂ ਕਿਸੇ ਚੀਜ਼ ਨੂੰ ਨੈਗੇਟਿਵ ਪੋਜ਼ੀਟਿਵ ਸੋਚ ਨਹੀਂ ਦਾ। ਜਿਵੇਂ ਦੋ ਕਿਸਮ ਦੇ ਲੋਕ ਹੈ, ਮੈਂ ਤੁਹਾਨੂੰ ਪਾਰਟੀ ਦੀ ਗਲਤੀਆਂ ਤੋਂ ਕੁਦਰਤ 'ਤੇ ਲਿਜਾਣਾ। ਹੋ ਸਕਦਾ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਸਕਦਾ ਮੈਂ ਨਾ ਮੰਨਦਾ ਹਾਂ, ਲੇਕਿਨ ਸਾਬਤ ਤੁਸੀਂ ਵੀ ਨਹੀਂ ਕਰ ਸਕਦੇ, ਸਾਬਤ ਮੈਂ ਵੀ ਨਹੀਂ ਕਰ ਸਕਦਾ। ਇਹ ਆਪੋ ਆਪਣੀ ਸੋਚ ਹੈ ਕਿ ਕਿਸੇ ਚੀਜ਼ ਨੂੰ ਕਿਸ ਐਂਗਲ ਤੋਂ ਦੇਖਦੇ ਹੋ। ਮੈਂ ਉਸ ਐਂਗਲ ਤੋਂ ਦੇਖਦਾ ਕਿ ਪਰਮਾਤਮਾ ਹੈ, ਉਹ ਸ਼ਕਤੀਸ਼ਾਲੀ ਹੈ, ਉਹਦੇ ਮੁਤਾਬਕ ਦੁਨੀਆ ਚੱਲਦੀ। ਤੁਸੀਂ ਕਹਿੰਦੇ ਨਹੀਂ। ਇਸ ਕਰਕੇ ਮੈਂ ਤੁਹਾਨੂੰ ਕਿਸੇ ਆਰਗੂਮੈਂਟ ਨਾਲ ਨਹੀਂ ਕਹਿ ਸਕਦਾ ਕਿ ਮੈਂ ਠੀਕ ਹਾਂ ਤੁਸੀਂ ਗਲਤ ਹੋ। ਸੋਚ ਹੈ ਮੇਰੀ ਤੇ ਤੁਹਾਡੀ ਸੋਚ ਥੋੜ੍ਹੀ ਹੈ। ਇਸ ਕਰਕੇ ਗਲਤੀਆਂ ਬਾਰੇ ਹੈ ਕੋਈ ਆਪਦੀ ਸੋਚ ਕਰੀ ਜਾਵੇ। ਦੇਖੋ, ਪਾਰਟੀਆਂ ਕੰਮ ਕਰਦੀਆਂ। ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਉਸ ਤੋਂ ਪਹਿਲਾਂ ਲੌਂਗੋਵਾਲ ਸਾਹਿਬ, ਤੁਰ ਸਾਹਿਬ, ਸੰਤ ਬਾਬਾ ਫਤਿਹ ਸਿੰਘ ਵੇਲੇ ਮੈਂ ਪਾਰਟੀ 'ਚ ਆਇਆ, ਛੋਟਾ ਹੀ ਸੀ ਮੈਂ, 22-21 ਸਾਲ ਦਾ ਸੀ। ਅਤੇ ਉਸ ਵੇਲੇ ਤੋਂ ਲੈ ਕੇ ਪਾਰਟੀਆਂ 'ਚ ਕਈ ਵਾਰੀ ਕਿੰਤੂ ਪਰੰਤੂ ਹੁੰਦੇ ਰਹਿੰਦੇ ਨੇ, ਲੇਕਿਨ ਉਹਦੇ ਨਾਲ ਕੋਈ ਇੱਕ ਬੰਦੇ ਕਿੰਤੂ ਕਰਨ ਨਾਲ ਪਾਰਟੀਆਂ 'ਚ ਗਲਤੀਆਂ ਵਾਲੀ ਗੱਲ ਨਹੀਂ ਹੁੰਦੀ। ਪਾਰਟੀ ਹਮੇਸ਼ਾ ਲੜਦੀ ਹੈ। ਜਿਸ ਵੇਲੇ ਐਮਰਜੈਂਸੀ, ਮੈਂ ਤਾਂ ਤੁਹਾਨੂੰ ਉਹ ਗੱਲਾਂ ਦੱਸਦਾ ਜਿਹੜੀਆਂ ਹਿਸਟਰੀ ਦੀਆਂ ਨੇ। ਅੱਜ ਮੈਂ ਤੁਹਾਨੂੰ ਉਹ ਗੱਲ ਦੱਸਣ ਲੱਗਾ ਕਿ ਜਦੋਂ ਐਮਰਜੈਂਸੀ ਆਈ ਹੈ, ਸਾਨੂੰ ਤਾਂ ਸਾਰ ਜੀ ਦਫ਼ਤਰੀ 'ਚ ਪਾ ਕੇ ਸਭ ਕੁਝ ਦਿੰਦੇ ਸੀ। ਮੈਂ MLA ਸੀ, ਮੇਰੇ ਕੋਲ ਸੁਨੇਹੇ ਆਉਂਦੇ ਸੀ ਕਿ ਤੁਸੀਂ ਲੜੋ ਨਾ, ਜੋ ਕਹਿੰਦੇ ਉਹ ਸਾਰਾ ਕੁਛ ਅਸੀਂ ਦੇਣ ਨੂੰ ਤਿਆਰ ਹਾਂ। ਲੇਕਿਨ ਕਿ ਨਹੀਂ, ਅਸੀਂ ਬੈਠੇ 7 ਬੰਦੇ। ਅੱਜ ਉਹ 7 'ਚੋਂ ਇਕੱਲੇ ਬਾਲ ਸਾਹਿਬ ਹੈ ਜਾਂ ਦੂਸਰਾ ਮੈਂ ਆ। ਮੈਂ ਛੋਟਾ ਸੀ MLA, ਇਸ ਕਰਕੇ ਵਿੱਚ ਬੈਠਾ ਸੀ। ਪ੍ਰਧਾਨ ਤੁੜ ਸਾਹਿਬ ਸੀ, ਜਗਦੇਵ ਸਿੰਘ ਤਲਵੰਡੀ, ਟੌਰਾ ਸਾਹਿਬ, ਬਾਦਲ ਸਾਹਿਬ, ਆਤਮਾ ਸਿੰਘ, ਬਲਵੰਤ ਸਿੰਘ, ਬਰਨਾਲਾ ਸਾਹਿਬ, ਜਸਵਿੰਦਰ ਬਰਾੜ, ਮੈਂ ਵਿੱਚ ਬੈਠਾ ਸੀ। ਇਹ ਤਾਂ ਡਿਸਕਸ਼ਨ ਹੋਈ ਕਿ ਕੀ ਕਰਨਾ ਚਾਹੀਦਾ, ਲੇਕਿਨ ਅਖੀਰ ਡਿਸਕਸ਼ਨ ਕਰਕੇ 4 ਘੰਟਿਆਂ ਤੋਂ ਬਾਅਦ ਆਇਆ ਕਿ ਨਹੀਂ, ਸਾਨੂੰ ਲੜਨਾ ਚਾਹੀਦਾ। ਇਹ ਦੇਸ਼ ਦੀ ਦੂਜੀ ਗੁਲਾਮੀ ਹੈ। ਅਗਰ ਅਸੀਂ ਇਸ ਦੇਸ਼ 'ਚੋਂ ਕਿਸੇ ਇਸ ਗੱਲ ਪਿੱਛੇ ਕਿ ਉਹਨਾਂ ਨੇ ਸਾਨੂੰ ਕਹਿ ਤਾਂ ਮੰਗਾਂ ਮੰਨ ਲਈਆਂ, ਤੇ ਇਹਦਾ ਮਤਲਬ ਕਿ ਅਸੀਂ ਗੁਲਾਮੀ ਵਾਲੇ ਪਾਸੇ ਖੜ੍ਹ ਜਾਈਏ। ਇਸ ਕਰਕੇ ਇਸ ਪਾਰਟੀ ਦਾ ਬੜਾ ਸੁਨਹਿਰੀ ਇਤਿਹਾਸ ਹੈ। ਜਿਸ ਵੇਲੇ ਵੀ ਇਹ ਸ਼ੁਰੂ ਹੋਈ ਹੈ ਉਸ ਵੇਲੇ ਤੋਂ ਲੈ ਕੇ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਹੀ ਤੁਸੀਂ ਮੰਨਿਓ,
ਲੇਕਿਨ ਕਦੇ ਤੁਸੀਂ ਹਿਸਟਰੀਆਂ ਪੜ੍ਹ ਕੇ ਦੇਖੋ ਜੀ, ਅੰਗਰੇਜ਼ ਦੀਆਂ ਤੇ ਤੇਜਾ ਸੁਤੰਤਰ ਵਰਗਾਂ ਦੀਆਂ ਲਿਖੀਆਂ ਨੇ, ਉਹਨਾਂ ਦੀਆਂ ਗਵਾਹੀਆਂ ਪਾ ਕੇ ਕਿਸ ਤਰ੍ਹਾਂ ਦੇ ਬਜ਼ੁਰਗ ਸਾਡੇ ਲੜੇ ਆ। ਅਤੇ ਉਹ ਐਮਰਜੈਂਸੀ ਲੜਾਈ ਵੀ ਮੈਨੂੰ ਪਤਾ ਹੈ ਕਿ ਸਾਨੂੰ ਕਿ ਮੈਨੂੰ ਕਹਿੰਦੇ ਸੀ, ਮੇਰੇ ਹੱਥਕੜੀ MLA ਲਾ ਨਹੀਂ ਸਕਦੇ, ਮੇਰੇ ਹੱਥਕੜੀ ਲੱਗੀ ਹੁੰਦੀ ਸੀ, ਬਠਿੰਡੇ ਜੇਲ੍ਹ 'ਚ ਲਿਆਉਂਦੇ ਸੀ। ਜਦੋਂ ਕਿ ਉਹ ਕਮਲਾ ਥਾਣੇਦਾਰ ਮੈਨੂੰ ਪੈਦਲ ਤੋੜ ਕੇ ਲੈ ਗਿਆ ਅਤੇ ਅਸੀਂ ਮੁਰਦਾ ਜਿੰਦਾਬਾਦ ਕਰੇਗੇ, ਮੇਰੇ ਮਗਰ ਕਰਦੇ ਜਾਣ। ਉਹ ਆਹ ਕੱਲ੍ਹ ਦਾ ਜਵਾਕ ਹੈ, ਇਹ ਕਿਉਂ ਪੰਗਾ ਲਈ ਬੈਠਾ ਹੈ? ਉਹ ਯਾਰ ਆਹ ਤਾਂ ਮੁੰਡਾ ਆਪਣਾ MLA ਕੱਲ੍ਹ ਦਾ। ਹੁਣ ਮਾਨਸਾ ਮੇਰੇ ਮਗਰ ਮੇਰਾ ਇਲਾਕਾ ਸੀ, ਉਹਨੂੰ ਕਿਹੜੇ ਸੀ ਮੰਗ ਕਰਦੇ ਹੁਣ, ਕੋਈ ਮੇਰੀ ਉਮਰ ਹੀ ਸਾਰੀ ਉਦੋਂ ਛੋਟੀ 26-27 ਸਾਲ ਦੀ ਸੀ। ਇਸ ਕਰਕੇ ਇਹ ਜਿਹੜਾ ਸਮਾਂ ਹੈ, ਹਾਲਾਤ ਹੈ ਔਖੇ ਤੋਂ ਔਖੇ, ਉਹ ਦੋ ਖਿਆਲ ਹੁੰਦੇ ਨੇ, ਯਾਰ ਗਲਤ ਹੋ ਗਿਆ ਤਾਂ ਠੀਕ ਹੋ ਗਿਆ। ਲੇਕਿਨ ਜੇ ਤੁਹਾਡੇ ਇਰਾਦੇ ਸਖਤ ਨੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੇ ਤੁਸੀਂ ਕਿਸੇ ਚੀਜ਼ ਨੂੰ